जी सत श्री अकाल जी सारिਆਂ ਨੂੰ मैं धर्मपाल सिंह गवर्नमेंट हाई स्कूल पतारा विखे सेवा निभा रहा हाँ। विद्यार्थियों अज असी क्लास 9वीं का 7वां अध्याय त्रिभुजा जिहड़ा हैगा आ वो आप जी दे नाल डिस्कस कर रहे हैं। ठीक है विद्यार्थियों, ਇਹਦੇ ਵਿੱਚ ਅਸੀਂ ਚੈਪਟਰ ਦੇ ਵਿੱਚ ਬੇਸਿਕਲੀ ਜੋ ਸ਼ੁਰੂ ਤੋਂ ਲੈ ਕੇ ਹਲੇ ਤੱਕ ਅਸੀਂ ਕੀਤਾ ਹੈ ਪਹਿਲਾਂ ਅਸੀਂ ਉਹਦੇ ਵਿੱਚ ਇੱਕ ਥੋੜਾ ਜਿਹਾ ਚੱਲਣਾ ਪਾ ਲਈਏ, ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ। ਵਿਦਿਆਰਥੀਓ ਇਸ ਤ੍ਰਿਭੁਜਾਂ ਵਾਲੇ ਚੈਪਟਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਰਬੰਗ ਸਮਤਾ ਕੀਤੀ, ਸਰਬੰਗ ਸਮਤਾ ਦੇ ਨਿਯਮ ਕੀਤੇ ਵੱਖਰੇ ਵੱਖਰੇ ਕੀ ਹੋ ਸਕਦੇ ਸਨ। ਉਸ ਤੋਂ ਬਾਅਦ ਤ੍ਰਿਭੁਜਾਂ ਦੇ ਗੁਣ ਜਿਹੜੇ ਹੈਗੇ ਨੇ ਉਹ ਦੇਖੇ ਨੇ ਤੇ ਅੱਜ ਅਸੀਂ ਫਿਰ ਤ੍ਰਿਭੁਜਾਂ ਦੀ ਬਣਤਰ ਦੇ ਹਿਸਾਬ ਦੇ ਨਾਲ ਜਿਹੜੇ ਉਹਨਾਂ ਦੇ ਗੁਣ ਬਣਦੇ ਹਨ, ਉਹਨਾਂ ਦੀ ਭੁਜਾਵਾਂ ਦੇ ਨਾਲ, ਉਹਨਾਂ ਦੇ ਕੋਣਾਂ ਦੇ ਨਾਲ ਜਿਹੜੇ ਉਹਨਾਂ ਦੇ ਗੁਣ ਬਣਦੇ ਹਨ ਉਹਨਾਂ ਦੇ ਬਾਰੇ ਚਰਚਾ ਕਰਾਂਗੇ। ਚਲੋ ਆਓ ਵਿਦਿਆਰਥੀਓ ਅਸੀਂ ਸ਼ੁਰੂ ਕਰਦੇ ਹਾਂ। ਅਸੀਂ ਆਪਣੇ ਪਹਿਲੇ त्रिभुजां विच असमानतावां, त्रिभुजां विच असमानतावां, ਇਹ ਜੀ ਸਾਡਾ ਵਿਦਿਆਰਥੀਓ ਪਹਿਲਾ ਟੌਪਿਕ ਹੈ त्रिभुजां विच असमानतावां। ਇਹਦੇ ਵਿੱਚ ਵਿਦਿਆਰਥੀਓ ਅਸੀਂ ਸਭ ਤੋਂ ਪਹਿਲਾਂ ਇੱਕ ਕਿਰਿਆ ਕਰਕੇ ਦੇਖਦੇ ਹਾਂ। ਕਿਰਿਆ ਕੀ ਹੋਏਗੀ? ਅਸੀਂ ਕੀ ਕਰਦੇ ਹਾਂ ਵਿਦਿਆਰਥੀਓ, ਇੱਕ ਵਿਖਮਭੁਜੀ ਤ੍ਰਿਭੁਜ ਜਿਹੜੀਆਂ ਹੈਗੀਆਂ ਤੁਸੀਂ ਆਪਣੇ ਆਪ ਦੇ ਵਿੱਚ ਕੀ ਕਰੋ, ਆਪਣੇ ਲੈਵਲ ਦੇ ਉੱਤੇ ਆਪਣੇ ਘਰ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੀਆਂ ਵਿਖਮਭੁਜੀ ਤ੍ਰਿਭੁਜਾਂ ਕੱਟ ਲਓ। ਮੈਂ ਬਣਾ ਰਿਹਾ ਹਾਂ, ਤੁਸੀਂ ਕਟਿੰਗ ਕਰ ਲਓ ਉਹਨਾਂ ਦੀ। A B C, ਇਹ ਵੱਖਰੀ, ਇਹ ਵੱਖਰੀ, ਇਹ ਵੱਖਰੀ। ਠੀਕ ਹੈ ਜੀ, ਫਿਰ ਇਦਾਂ ਦੀ ਕਰ ਲਓ ਜੀ ਇੱਕ। ਠੀਕ ਹੈ ਜੀ, ਫਿਰ ਇੱਕ ਇਦਾਂ ਦੀ ਬਣਾ ਲਓ ਤ੍ਰਿਭੁਜ। ਠੀਕ ਹੈ ਜੀ, ਇੱਕ ਅਦੀ ਤ੍ਰਿਭੁਜ ਹੋਰ ਤੁਸੀਂ ਜਿਸ ਹਿਸਾਬ ਦੇ ਨਾਲ ਤ੍ਰਿਭੁਜ ਹੈਗੀ ਆ ਉਹਨੂੰ ਬਣਾ ਲਓ। ਠੀਕ ਹੈ ਜੀ। ਅੱਛਾ, ਇਹਦੇ ਵਿੱਚ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਸਾਡਾ ਕੰਮ ਕੀ ਹੋਏਗਾ, ਅਸੀਂ ਆਪਣੇ ਕੋਲ ਜਿਹੜਾ ਸਕੇਲ ਹੈਗਾ ਫੁੱਟ ਆਇਆ ਉਹਦੇ ਮਾਪ ਦੇ ਨਾਲ ਅਸੀਂ ਇਹਨਾਂ ਦੀਆਂ ਭੁਜਾਵਾਂ ਮਾਪ ਲਵਾਂਗੇ। ਠੀਕ ਹੈ ਜੀ, ਮੰਨ ਲਓ ਇਹ ਸਾਡੇ ਕੋਲ ਆ ਜਾਂਦੀ ਆ 6 ਸੈਂਟੀਮੀਟਰ, ਇਹ ਆ ਜਾਂਦੀ ਆ 5 ਸੈਂਟੀਮੀਟਰ, ਇਹ ਆ ਜਾਂਦੀ ਆ 4 ਸੈਂਟੀਮੀਟਰ। ਠੀਕ ਹੈ ਜੀ, ਆ ਜਿਹੜੀ ਭੁਜਾ ਹੈਗੀ ਆ ਮੰਨ ਲਓ ਇਹ 8 ਸੈਂਟੀਮੀਟਰ ਆ ਜਾਂਦੀ ਆ, ਇੱਧਰ ਵਾਲੀ 7 ਸੈਂਟੀਮੀਟਰ, ਇੱਧਰ ਵਾਲੀ 6 ਸੈਂਟੀਮੀਟਰ। ਠੀਕ ਹੈ ਜੀ, ਮੰਨ ਲਓ ਉਸੇ ਤਰੀਕੇ ਨਾਲ ਮੈਂ ਵੀ ਜਸਟ ਸਿੰਪਲ ਜੀ ਗੱਲ ਕਰ ਰਿਹਾ। ਠੀਕ ਹੈ, ਇਹ ਵੀ ਮੰਨ ਲਓ ਤੁਹਾਡੇ ਕੋਲ 7 ਸੈਂਟੀਮੀਟਰ ਆ ਜਾਂਦੀ ਆ, ਇਹ 4 ਸੈਂਟੀਮੀਟਰ ਆ ਜਾਂਦੀ ਆ, ਇਹ 5 ਸੈਂਟੀਮੀਟਰ ਜਿਹੜੀ ਹੈਗੀ ਭੁਜਾ ਆ ਜਾਂਦੀ ਆ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਇਹਨਾਂ ਦੇ ਜਦੋਂ ਭੁਜਾਵਾਂ ਮਾਪ ਲਈਆਂ ਤੇ ਸਾਡੀ ਕਿਰਿਆ ਇੱਥੋਂ ਸ਼ੁਰੂ ਹੁੰਦੀ ਹੈ। ਅਸੀਂ ਇਹਨਾਂ ਦੇ ਕੋਣਾਂ ਦਾ ਮਾਪ ਪਤਾ ਕਰਾਂਗੇ ਡੀ ਦੀ ਮਦਦ ਦੇ ਨਾਲ। ਠੀਕ ਹੈ ਜੀ, ਅਸੀਂ ਇਹਨਾਂ ਦੇ ਕੋਣਾਂ ਦਾ ਮਾਪ ਪਤਾ ਕਰ ਲਿਆ। ਠੀਕ ਹੈ, ਆ ਤੁਸੀਂ ਮੈਂ ਇਹਦੇ ਵਿੱਚ 3 ਭੁਜਾਵਾਂ ਲੈ ਲਈਆਂ। ਤੁਸੀਂ ਜ਼ਰੂਰੀ ਨਹੀਂ ਕਿ 6 4 5 4 6 7 8 ਤੇ 7 5 4 ਹੀ ਲੈਣੀਆਂ ਆ। ਤੁਸੀਂ ਕੋਈ ਵੀ ਮਾਪ ਦੀਆਂ 3 ਤ੍ਰਿਭੁਜਾਂ ਜਾਂ 4 ਤ੍ਰਿਭੁਜਾਂ ਜਾਂ 5 ਤ੍ਰਿਭੁਜਾਂ ਤੱਕ ਕੱਢ ਲਓ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ, ਉਹਨਾਂ ਦੇ ਮਾਪ ਪਤਾ ਕਰ ਲੈਣੇ ਆ। ਠੀਕ ਹੈ ਜੀ, ਸਾਰਿਆਂ ਦੇ ਮਾਪ ਪਤਾ ਕਰ ਲੈਣੇ। ਹੁਣ ਕੱਟੋ ਜਾਂ ਡਰਾ ਕਰੋ, ਤੁਹਾਡੀ ਮਰਜ਼ੀ ਆ। ਤੁਸੀਂ ਮਾਪ ਪਤਾ ਕਰਕੇ ਉਹਦੇ ਵਿੱਚ ਕੱਲੇ ਦਾ ਕੋਣ ਪਤਾ ਕਰ ਲੈਣਾ ਤੁਸੀਂ। ਠੀਕ ਹੈ, ਜਿਹਦੇ ਵਿੱਚ A B C ਪਤਾ ਕਰ ਲਿਆ, ਮੰਨ ਲਓ ਇਹ ਤੁਹਾਡੇ ਕੋਲ D E F ਹੈ, ਇਹ ਪਤਾ ਕਰ ਲਿਆ। ਠੀਕ ਹੈ ਜੀ, ਆ ਸਾਡੇ ਕੋਲ G H I ਹੈਗਾ, ਇਹ ਪਤਾ ਕਰ ਲਏ। ਇਹਨਾਂ ਸਾਰਿਆਂ ਨੂੰ ਅਸੀਂ ਪਤਾ ਕਰਨ ਤੋਂ ਬਾਅਦ ਅਸੀਂ ਕੀ ਕਰਾਂਗੇ, ਅਸੀਂ ਇਹਨਾਂ ਦੇ ਕੋਣਾਂ ਦਾ ਮਾਪ, ਉਸ ਤੋਂ ਬਾਅਦ ਕੋਣਾਂ ਦਾ ਇਹਨਾਂ ਦੀਆਂ ਭੁਜਾਵਾਂ ਦੇ ਨਾਲ ਸੰਬੰਧ ਜਿਹੜਾ ਹੈਗਾ ਉਹ ਦੇਖਣ ਦੀ ਕੋਸ਼ਿਸ਼ ਕਰਾਂਗੇ। ਤਾਂ ਮੈਂ ਇਹ ਚੀਜ਼ ਨੋਟਿਸ ਕਰਾਂਗਾ ਕਿ ਜਿਹੜੀ ਭੁਜਾ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੀ ਹੈ ਉਸ ਦੇ ਸਾਹਮਣੇ ਵਾਲਾ ਕੋਣ ਸਭ ਤੋਂ ਵੱਡਾ ਨਜ਼ਰ ਆ ਰਿਹਾ ਹੈ। ਠੀਕ ਹੈ, ਇਹ ਮੈਂ ਨਹੀਂ ਕਹਿ ਰਿਹਾ, ਇਹ ਤੁਸੀਂ ਕਿਰਿਆ ਦੇ ਰਾਹੀਂ ਆਪ ਪਤਾ ਕਰੋਗੇ। ਇਸ ਤ੍ਰਿਭੁਜ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਆ ਸਭ ਤੋਂ ਵੱਡੀ ਭੁਜਾ ਹੈ। ਜੇ ਤੁਸੀਂ ਚੈੱਕ ਕਰਦੇ ਹੋ ਤਾਂ ਇਹਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਨਜ਼ਰ ਆਏਗਾ ਮਾਪ ਦੇ ਵਿੱਚ। ਠੀਕ ਹੈ ਜੀ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਹੁੰਦਾ, 180 ਡਿਗਰੀ। ਜੇਕਰ ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੈ ਤੇ ਤੁਸੀਂ ਇਹ ਦੇਖ ਲਿਓ ਕਿ ਜਿਹੜੀ ਸਭ ਤੋਂ ਵੱਡੀ ਭੁਜਾ ਹੈ ਉਹਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਸਭ ਤੋਂ ਵੱਡਾ ਹੋਏਗਾ। ਇਸੇ ਤਰੀਕੇ ਨਾਲ ਇਸ ਕੋਣ ਦੇ ਵਿੱਚ ਵੀ ਤੁਹਾਡੇ ਕੋਲ ਸਭ ਤੋਂ ਵੱਡੀ ਭੁਜਾ ਕਿਹੜੀ ਹੈ, 7 ਸੈਂਟੀਮੀਟਰ, ਤੇ ਇਹ 7 ਸੈਂਟੀਮੀਟਰ ਦੇ ਆਪੋਜ਼ਿਟ ਜਿਹੜਾ ਹੈਗਾ ਆ ਕੋਣ H ਜਿਹੜਾ ਹੈਗਾ ਉਹ ਸਭ ਤੋਂ ਵੱਡਾ ਕੋਣ ਹੋਏਗਾ। ਇਹ ਚੀਜ਼ ਨੂੰ ਮੈਂ ਸਿਰਫ ਕਹਿ ਨਹੀਂ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਹਾਂ, ਇਹ ਉਹ ਚੀਜ਼ ਹੈ ਜੋ ਤੁਸੀਂ ਕਿਰਿਆ ਦੇ ਰਾਹੀਂ ਆਪਣੇ ਆਪ ਜਿਹੜੀ ਹੈਗੀ ਆ ਉਹ ਚੀਜ਼ ਚੈੱਕ ਕਰ ਸਕਦੇ ਹੋ। ਠੀਕ ਹੈ, ਚਲੋ ਆਓ ਵਿਦਿਆਰਥੀਓ ਅਸੀਂ ਇਸ ਕਿਰਿਆ ਤੋਂ ਬਾਅਦ ਨੈਕਸਟ ਚੱਲਦੇ ਹਾਂ ਆਪਣੇ। ਹੁਣ ਇਸ ਕਿਰਿਆ ਤੋਂ ਅਸੀਂ ਕੀ ਨਤੀਜਾ ਕੱਢਿਆ ਹੈ ਉਸ ਨੂੰ ਅਸੀਂ ਇੱਕ ਥਿਊਰਮ ਦੇ ਰਾਹੀਂ ਜਿਹੜਾ ਹੈਗਾ ਆ ਉਹ ਪੇਸ਼ ਕਰਦੇ ਹਾਂ। ਜਿਹੜੀ ਥਿਊਰਮ ਹੈ ਉਹ ਕੀ ਮੈਨੂੰ ਕਹਿ ਰਹੀ ਹੈ, ਪਹਿਲਾਂ ਮੈਂ ਥਿਊਰਮ ਦੀ ਸਟੇਟਮੈਂਟ ਲਿਖਦਾ ਹਾਂ, ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਇਹਨੂੰ ਸਮਝਾਵਾਂਗਾ। ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ
ना होण, सॉरी बराबर ना होण, फिर की होएगा जी, तां लंबी भुजा दे सामने दा कोण वड्डा हुंदा है। देखो जिहड़ी चीज मैं इत्थे लिखी आ, इस चीज नूं असीं थोड़ी देर पहलों एक क्रिया दे राहीं सिद्ध कर चुके हां कि किसी भी त्रिभुज विच आ एक त्रिभुज है, ठीक है जी, ए बी सी, सब तो किसी भी त्रिभुज दियां जिहदियां दो भुजावां बराबर ना होण तां लंबी भुजा दे, इहदी सब तो लंबी भुजा किहड़ी है, एसी है, लंबी भुजा दे सामने वाला कोण जिहड़ा हैगा आ ਉਹ ਵੱਡਾ ਹੁੰਦਾ है। ਇਹ ਜਿਹੜੀ ਹੈਗੀ ਥਿਉਰਮ ਸਾਨੂੰ बड़े क्लीयरली शब्दों ਦੇ ਵਿੱਚ ਇਹ ਚੀਜ਼ ਨੂੰ ਸਾਨੂੰ ਕਹਿ ਰਹੀ ਹੈ, ਜਿਸ ਨੂੰ ਕਿ ਅਸੀਂ ਕਿਰਿਆ ਰਾਹੀਂ ਵੇਖਿਆ ਹੈ। ਅੱਛਾ ਹੁਣ ਇੱਕ ਚੀਜ਼ ਹੋਰ ਹੈ, ਤੁਸੀਂ ਇੱਕ ਹੋਰ ਐਕਟੀਵਿਟੀ ਕਰੋ ਜਾਂ ਉਸ ਹੀ ਐਕਟੀਵਿਟੀ ਨੂੰ ਉਲਟ ਕਰੋ। ਉਸ ਐਕਟੀਵਿਟੀ ਨੂੰ ਉਲਟ ਕਰਨ ਦਾ ਮਤਲਬ ਇਹ ਆ, ਤੁਸੀਂ ਫਿਰ 4-5 ਤ੍ਰਿਭੁਜਾਂ ਜਿਹੜੀਆਂ ਹੈਗੀਆਂ ਆਪਣੀ ਕਾਪੀ ਦੇ ਵਿੱਚ ਬਣਾ ਲਓ ਬੜੇ ਵਧੀਆ ਤਰੀਕੇ ਦੇ ਨਾਲ, ਵੱਖਰੀਆਂ ਵੱਖਰੀਆਂ, ਜਿਹਦੇ ਵਿੱਚ ਕੋਸ਼ਿਸ਼ ਕਰਨਾ ਕਿ ਦੋ ਭੁਜਾਵਾਂ ਆਪਸ ਵਿੱਚ ਬਰਾਬਰ ਨਾ ਹੋਣ, ਕੋਈ ਦੋ ਭੁਜਾਵਾਂ ਬਰਾਬਰ ਨਾ ਹੋਣ, ਠੀਕ ਹੈ ਜੀ। ਫਿਰ ਕੀ ਕਰੋ, ਤੁਸੀਂ ਉਹਨਾਂ ਸਾਰਿਆਂ ਦੇ ਕੋਣ ਮਾਪ ਲਓ। ਪਹਿਲਾਂ ਤੁਸੀਂ ਉਹਨਾਂ ਦੀਆਂ ਭੁਜਾਵਾਂ ਮਾਪੀਆਂ ਸੀ ਨਾ, ਹੁਣ ਤੁਸੀਂ ਉਹਨਾਂ ਸਾਰਿਆਂ ਦੇ ਕੋਣ ਮਾਪਣੇ ਸ਼ੁਰੂ ਕਰੋ, ਠੀਕ ਹੈ ਜੀ। ਕੋਣ ਮਾਪ ਲਓ ਤੁਸੀਂ ਉਹਨਾਂ ਦੇ, ਠੀਕ ਹੈ ਜੀ। ਉਹਨਾਂ ਦੇ ਕੋਣ ਜਦੋਂ ਤੁਸੀਂ ਮਾਪ ਲਓਗੇ ਤਾਂ ਤੁਸੀਂ ਹੁਣ ਇਹ ਚੈੱਕ ਕਰਿਓ ਕਿ ਕੀ ਤੁਸੀਂ ਕੋਣਾਂ ਦੇ ਹਿਸਾਬ ਦੇ ਨਾਲ ਉਹਨਾਂ ਦੀਆਂ ਭੁਜਾਵਾਂ ਬਾਰੇ ਕੋਈ ਜਾਣਕਾਰੀ ਦੇ ਸਕਦੇ ਹੋ। ਤਾਂ ਤੁਸੀਂ ਚੈੱਕ ਕਰੋਗੇ, ਬਿਲਕੁਲ ਦੇ ਸਕਦੇ ਹਾਂ। ਤੁਸੀਂ ਦੇਖੋਗੇ ਕਿ ਜਿਹੜਾ त्रिभुज ਦੇ ਵਿੱਚ ਜਿਹੜਾ ਕੋਣ ਸਭ ਤੋਂ ਵੱਡਾ ਹੋਏਗਾ, ਉਸ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਉਹ ਸਭ ਤੋਂ ਵੱਡੀ ਹੋਏਗੀ, ਠੀਕ ਹੈ। ਇਸੇ ਤਰੀਕੇ ਦੇ ਨਾਲ ਮੰਨ ਲਓ ਇਹ ਸਭ ਤੋਂ ਵੱਡਾ ਕੋਣ ਹੈ ਤਾਂ ਇਹਦੇ ਸਾਹਮਣੇ ਵਾਲੀ ਭੁਜਾ ਸਭ ਤੋਂ ਵੱਡੀ ਹੋਏਗੀ। ਆਹ ਸਭ ਤੋਂ ਵੱਡਾ ਕੋਣ ਹੈ ਤਾਂ ਆਹ ਸਭ ਤੋਂ ਵੱਡਾ ਕੋਣ ਹੈ ਤਾਂ ਇਹਦੇ ਸਾਹਮਣੇ ਵਾਲੀ ਭੁਜਾ ਸਭ ਤੋਂ ਵੱਡੀ ਭੁਜਾ ਜਿਹੜੀ ਹੈਗੀ ਉਹ ਹੋਏਗੀ, ਠੀਕ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਿਹੜੀ ਥਿਉਰਮ ਨੂੰ ਮੈਂ ਹੁਣੇ ਕੀਤੀ ਹੈ, ਜੇਕਰ ਕਿਸੇ त्रिभुज ਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ ਤਾਂ ਲੰਬੀ ਭੁਜਾ ਦੇ ਸਾਹਮਣੇ ਦਾ ਕੋਣ ਵੱਡਾ ਹੁੰਦਾ ਹੈ। ਇਸ ਥਿਉਰਮ ਦਾ ਉਲਟ ਵੀ ਜਿਹੜਾ ਹੈਗਾ ਉਹ ਆਪਣੇ ਆਪ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਹੀ ਹੈ। ਹੁਣ ਜਿਹੜੀ ਇਹ ਦੂਸਰੀ ਕਿਰਿਆ ਅਸੀਂ ਛੋਟੀ ਜਿਹੀ ਕੀਤੀ ਹੈ, ਇਸ ਕਿਰਿਆ ਤੋਂ ਵੀ ਇੱਕ ਥਿਉਰਮ ਨਿਕਲ ਕੇ ਸਾਹਮਣੇ ਆਈ ਹੈ। ਉਸ ਥਿਉਰਮ ਨੂੰ ਵੀ ਜਿਹੜਾ ਹੈਗਾ ਆ ਅਸੀਂ ਲਿਖਦੇ ਹਾਂ। ਥਿਉਰਮ ਹੈ ਕਿਸੇ ਵੀ त्रिभुज ਕਿਸੇ ਵੀ त्रिभुज ਵਿੱਚ ਵੱਡੇ ਕੋਣ ਦੇ ਸਾਹਮਣੇ ਦੀ ਭੁਜਾ ਵੱਡੀ ਹੁੰਦੀ ਹੈ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਕੀ ਕਹਿ ਰਿਹਾ ਹੋ ਕਿ ਕਿਸੇ ਵੀ त्रिभुज ਵਿੱਚ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈ ਉਹ ਵੱਡੀ ਹੁੰਦੀ ਹੈ, ਠੀਕ ਹੈ ਜੀ। ਅੱਛਾ ਇਹ त्रिभुज ਦੇ ਵਿਚਲੇ ਕੋਣਾਂ ਦੀ ਗੱਲ ਕਰ ਰਹੇ ਹਾਂ ਆਪਾਂ। त्रिभुज ਦੇ ਵਿੱਚ ਜਦੋਂ ਵੀ ਕੋਣਾਂ ਦੀ ਗੱਲ ਕਰਾਂਗੇ ਆਪਾਂ त्रिभुज ਦੇ ਅੰਦਰੂਨੀ ਕੋਣਾਂ ਦੀ ਗੱਲ ਕਰਾਂਗੇ, ਨਾ ਕਿ ਉਹਦੇ ਬਾਹਰੀ ਕੋਣਾਂ ਦੀ ਗੱਲ ਕਰਾਂਗੇ, ਠੀਕ ਹੈ ਜੀ। ਸੋ ਇਹ ਵੀ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਸਾਡੇ ਕੋਲ ਬੜੀਆਂ ਕਲੀਅਰ ਹੋ ਗਈਆਂ ਆ, ਠੀਕ ਹੈ ਜੀ। ਇਹਨਾਂ ਦੋ ਥਿਉਰਮ ਤੋਂ ਇਲਾਵਾ ਇੱਕ ਤੀਜੀ ਥਿਉਰਮ ਜਿਹੜੀ ਹੈਗੀ ਆ ਬਹੁਤ ਹੀ ਵਧੀਆ ਥਿਉਰਮ ਹੈ। ਉਦਾਂ ਤਾਂ ਉਹਦੇ ਬਾਰੇ ਜ਼ਿਕਰ ਆਪਾਂ ਪਹਿਲਾਂ ਵੀ ਛੋਟੀਆਂ ਕਲਾਸਾਂ 'ਚ ਜਿਹੜਾ ਹੈਗਾ ਉਹ ਕੀਤਾ ਹੋਇਆ ਆ, ਲੇਕਿਨ ਫਿਰ ਵੀ ਮੇਰਾ ਖਿਆਲ ਹੈ ਕਿ ਇੱਥੇ ਜਿਹੜਾ ਹੈਗਾ ਆ ਉਹਦਾ ਇੱਕ ਵਾਰੀ ਜ਼ਿਕਰ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਹੈ ਕਿ ਇਸ ਐਕਸਰਸਾਈਜ਼ ਜਾਂ ਇਸ ਚੈਪਟਰ ਦੇ ਵਿੱਚ ਜਿਹੜੀਆਂ ਥਿਉਰਮਾਂ ਆਣੀਆਂ ਉਹਨਾਂ ਦੇ ਵਿੱਚ ਉਹ ਵੀ ਬੜੀ ਇੰਪੋਰਟੈਂਟ ਹੈ। त्रिभुज ਦੀਆਂ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ, ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਹ ਜਿਹੜੀ ਚੀਜ਼ ਉਹਨੇ ਕਹੀ ਆ ਇਹ ਲੋਅਰ ਕਲਾਸਿਸ ਦੇ ਵਿੱਚ ਆਪਾਂ ਕਰ ਚੁੱਕੇ ਹਾਂ। त्रिभुज ਦੀਆਂ ਕਿਸੇ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਤੋਂ ਵੱਡਾ ਹੁੰਦਾ ਹੈ। ਇਹਦਾ ਅਰਥ ਇਹ ਹੈ ਵਿਦਿਆਰਥੀਓ ਕਿ ਜਦੋਂ ਵੀ ਮੰਨ ਲਓ ਮੈਂ ਇੱਕ ਇਹ ਥਿਉਰਮ ਕਰਨ ਤੋਂ ਬਾਅਦ ਇੱਕ ਛੋਟੀ ਜੀ ਇੱਕ ਦੋ ਸਵਾਲ ਤੁਹਾਡੇ ਨਾਲ ਸਾਂਝੇ ਕਰਨਾ ਹਾਂ। ਮੈਂ ਤੁਹਾਨੂੰ ਕੀ ਕੀਤਾ, ਮੈਂ ਤੁਹਾਨੂੰ ਇੱਕ ਪ੍ਰਸ਼ਨ ਪਾਇਆ, ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਭਾਈ ਕੋਈ ਇੱਕ त्रिभुज ਚੱਕ ਲਓ। ਮੈਂ ਚੱਕ ਲਈ 6 5 ਤੇ 7। ਇਹ ਇੱਕ त्रिभुज ਹੈ। ਇਹ त्रिभुज ਦੀਆਂ ਭੁਜਾਵਾਂ ਨੇ 6 5 ਤੇ 7 ਜਿਹੜੀਆਂ ਹੈਗੀਆਂ ਉਹ त्रिभुज ਦੀਆਂ ਭੁਜਾਵਾਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਨੇ ਸਾਡੇ ਕੋਲ, ਠੀਕ ਹੈ ਜੀ। ਹੁਣ ਜਿਹੜੀਆਂ ਇਹ त्रिभुज ਦੀਆਂ ਭੁਜਾਵਾਂ ਨੇ, ਇਹਨਾਂ ਭੁਜਾਵਾਂ ਦੇ ਵਿੱਚ ਮੈਂ ਇਹ ਜਾਣਨਾ ਚਾਹੁੰਦਾ ਕਿ ਭਾਈ ਕੀ ਇਹ
ਸੌਰੀ ਮੈਂ ਤ੍ਰਿਭੁਜ ਇਹ ਤਿੰਨ ਭੁਜਾਵਾਂ ਨੇ ਮੈਂ ਇਹ ਜਾਣਨਾ ਚਾਹੁੰਦਾ ਕਿ ਕੀ ਇਹ ਤਿੰਨ ਭੁਜਾਵਾਂ ਜਿਹੜੀਆਂ ਕਿਸੇ ਤ੍ਰਿਭੁਜ ਦੀਆਂ ਹੋ ਸਕਦੀਆਂ ਹਨ ਕਿ ਨਹੀਂ ਹੋ ਸਕਦੀਆਂ ਤੇ ਇਹਦਾ ਜਿਹੜਾ ਅਰਥ ਹੈ ਉਹ ਕੀ ਹੋਏਗਾ ਜੇਕਰ ਅਸੀਂ ਕੀ ਕਰਦੇ ਆ ਇਹਨਾਂ ਦੀਆਂ ਕੋਈ ਦੋ ਭੁਜਾਵਾਂ ਚੱਕ ਲੈਂਦੇ ਆ ਠੀਕ ਹੈ ਜੀ ਕੋਈ ਦੋ ਭੁਜਾਵਾਂ ਮੰਨ ਲਓ ਆ ਪਹਿਲੀਆਂ ਚੱਕ ਲਈਆਂ 6 + 5 ਬਰਾਬਰ ਕਿੰਨਾ ਆ ਗਿਆ ਜੀ 11 ਆ ਗਿਆ 7 ਤੇ 5 ਕਿੰਨਾ ਆ ਗਿਆ ਜੀ 12 ਆ ਗਿਆ ਠੀਕ ਹੈ ਜੀ 7 ਤੇ 6 ਕਿੰਨਾ ਆ ਗਿਆ ਜੀ 13 ਆ ਗਿਆ ਅਸੀਂ ਇਹ ਚੈੱਕ ਕਰ ਰਹੇ ਹਾਂ ਕੋਈ ਵੀ ਦੋ ਭੁਜਾਵਾਂ ਦਾ ਜੋੜ ਤੀਸਰੀ ਭੁਜਾ ਨਾਲੋਂ ਹਮੇਸ਼ਾ ਵੱਡਾ ਆ ਰਿਹਾ ਠੀਕ ਹੈ ਜੀ ਇਹਦਾ ਮਤਲਬ ਇਹ ਜਿਹੜੀ ਹੈਗੀ ਆ ਇੱਕ ਤ੍ਰਿਭੁਜ ਜਿਹੜੀ ਹੈਗੀ ਉਹ ਬਣ ਸਕਦੀ ਹੈ ਠੀਕ ਹੈ ਜੀ ਮੰਨ ਲਓ ਇੱਕ ਹੋਰ ਤ੍ਰਿਭੁਜ ਲੈਣੇ ਭਾਈ 2 3 ਤੇ 8 ਆ ਮੈਂ ਇਹ कहता कि त्रिभुज नहीं है ये तीन भुजावां ले लईਆਂ कि ये तीन भुजावां किसी त्रिभुज ਦੀਆਂ ਭੁਜਾਵਾਂ ਹੋ ਸਕਦੀਆਂ ਹਨ ਆਓ ਚੈੱਕ ਕਰਦੇ ਹਾਂ ਮੈਂ ਕੀ ਕੀਤਾ 3 + 2 ਕੀਤਾ ਠੀਕ ਹੈ ਜੀ ਮੈਂ 3 + 2 ਕਰਕੇ ਦੇਖਿਆ ਮੈਂ ਇਹ ਦੇਖ ਰਿਹਾ ਕਿ 3 + 2 ਹੁੰਦਾ 5 ਲੇਕਿਨ ਇਹ 8 ਤੋਂ ਛੋਟਾ ਹੈ ਇਸ ਦਾ ਮਤਲਬ ਇਹ ਜਿਹੜੀਆਂ ਤਿੰਨ ਹੈਗੀਆਂ ਕਦੀ ਵੀ ਕਿਸੇ त्रिभुज ਦੀਆਂ ਭੁਜਾਵਾਂ ਨਹੀਂ ਹੋ ਸਕਦੀਆਂ ਇਹ ਮੇਰੀ ਤੀਸਰੀ ਥਿਊਰਮ ਦਾ ਜਿਹੜਾ ਹੈ ਉਹਦਾ ਅਰਥ ਜਿਹੜਾ ਹੈਗਾ ਇਹ ਹੈ ਠੀਕ ਹੈ ਜੀ ਚਲੋ ਆਓ ਵਿਦਿਆਰਥੀਓ ਹੁਣ ਅਸੀਂ ਜੋ ਹੈ ਇਹ ਥਿਊਰਮਾਂ ਨੂੰ ਇੱਕ ਦੋ ਸਵਾਲਾਂ ਦੇ ਵਿੱਚ ਜਿਹੜਾ ਹੈਗਾ ਦੋ ਤਿੰਨ ਸਵਾਲਾਂ ਦੇ ਵਿੱਚ ਲਗਾ ਕੇ ਦੇਖਦੇ ਹਾਂ ਕਿ ਕੀ ਇਹ ਥਿਊਰਮਾਂ ਜਿਹੜੀਆਂ ਹੈਗੀਆਂ ਸਵਾਲਾਂ 'ਚ ਐਪਲੀਕੇਬਲ ਹੁੰਦੀਆਂ ਹਨ ਕਿ ਨਹੀਂ ਹੁੰਦੀਆਂ ਹਨ ਜਾਂ ਸਾਨੂੰ ਕਿੰਨੀਆਂ ਮਦਦ ਕਰਦੀਆਂ ਹਨ ਸੋ ਪਹਿਲਾ ਸਵਾਲ ਹੈ दिखाओ कि समकोण त्रिभुज दिखाओ कि समकोण त्रिभुज विच कर्ण सब तो लंबी भुजा हुंदी है ਹੁਣ ਕੀ ਕਰਨਾ ਤੁਸੀਂ ਇਹਦੇ ਵਿੱਚ ਇਹ ਪ੍ਰਸ਼ਨ ਹੈ ਉਹ ਕਹਿੰਦਾ ਦਿਖਾਓ ਕਿ ਸਮਕੋਣ ਤ੍ਰਿਭੁਜ ਵਿੱਚ ਕर्ण ਜਿਹੜਾ ਹੈ ਉਸ ਕर्ण ਜਿਹੜੀ ਹੈ ਉਹ ਸਭ ਤੋਂ ਲੰਬੀ ਭੁਜਾ ਹੁੰਦੀ ਹੈ ਮੈਂ ਸ਼ੋ ਕਰਨਾ ਉਹਨੂੰ ਮੈਂ ਸਿੱਧ ਕਰਨਾ ਉਹਨੂੰ ਮੈਂ ਕੀ ਕਰਾਂਗਾ ਇਹਦੇ ਵਿੱਚ ਸਿੱਧ ਕਰਨ ਵਾਸਤੇ ਮੈਂ ਕੀ ਕਰਦਾ ਮੈਂ ਇਧਰਲੇ ਪਾਸੇ ਇੱਕ ਸਮਕੋਣੀ ਤ੍ਰਿਭੁਜ ਜਿਹੜੀ ਹੈਗੀ ਉਹਦਾ ਨਿਰਮਾਣ ਕਰਦਾ ਸਮਕੋਣੀ ਤ੍ਰਿਭੁਜ ਬਣਾਉਣਾ ਆ ਇਹ ਹੋ ਗਿਆ ਜੀ A ਇਹ ਹੋ ਗਿਆ B ਇਹ ਹੋ ਗਿਆ C ਇਹ ਜਿਹੜਾ ਹੈ ਸਮਕੋਣ ਯਾਨੀ ਕਿ 90 ਡਿਗਰੀ ਹੈ ਇਹਨਾਂ ਦੋ ਕੋਣਾਂ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਠੀਕ ਹੈ ਜੀ ਜਦੋਂ ਕਿ ਮੈਂ ਇਹ ਚੀਜ਼ ਸਿੱਧ ਕਰਾਂਗਾ ਤੇ ਯਾਨੀ ਕਿ ਇਹਦਾ ਹੱਲ ਕਰਾਂਗਾ ਤੇ ਮੈਂ ਕੀ ਕਰਦਾ ਇਹਦੇ ਵਿੱਚ ਸਭ ਤੋਂ ਪਹਿਲੇ ਮੈਂ ਇਹ ਚੀਜ਼ ਲਿਖਾਂਗਾ ਕੋਣ A ਕੋਣ B ਕੋਣ C ਬਰਾਬਰ ਹੈ ਮੇਰੇ ਕੋਲ 180 ਡਿਗਰੀ ਇਹਦੇ ਵਿੱਚ ਕੋਣ B ਮੇਰੇ ਕੋਲ 90 ਡਿਗਰੀ ਦਿੱਤਾ ਹੈ ਇਸ ਦਾ ਮਤਲਬ ਹੈ ਕੋਣ B ਕੋਣ A ਕੋਣ C ਬਰਾਬਰ 180 ਘਟਾਓ 90 ਇਹਦਾ ਮਤਲਬ ਕੋਣ A ਕੋਣ C ਬਰਾਬਰ ਹੈ 90 ਡਿਗਰੀ ਹੁਣ ਅਸੀਂ ਇਹ ਚੀਜ਼ ਜਾਣਦੇ ਹਾਂ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਕੋਈ ਕੋਣ 0 ਡਿਗਰੀ ਦਾ ਨਹੀਂ ਹੋ ਸਕਦਾ ਠੀਕ ਹੈ ਜੀ ਘੱਟੋ ਘੱਟ 1 ਡਿਗਰੀ ਦਾ ਹੋਏਗਾ ਜਾਂ ਉਸ ਤੋਂ ਛੋਟਾ ਹੋ ਸਕਦਾ ਲੇਕਿਨ 0 ਦਾ ਨਹੀਂ ਹੋ ਸਕਦਾ ਠੀਕ ਹੈ ਜੇਕਰ ਦੋ ਕੋਣਾਂ ਦਾ ਜੋੜ ਜਿਹੜਾ ਹੈਗਾ ਆ ਉਹ 90 ਡਿਗਰੀ ਹੈ ਇਹਦਾ ਮਤਲਬ ਇਹਨਾਂ ਦੋਨਾਂ ਵਿੱਚੋਂ ਕੋਈ ਵੀ 90 ਡਿਗਰੀ ਹੈ ਉਸ ਤੋਂ ਵੱਡਾ ਕੋਣ ਨਹੀਂ ਹੈ ਠੀਕ ਹੈ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਤ੍ਰਿਭੁਜ ABC ਵਿੱਚ ਇਸ ਦਾ ਕੀ ਨਿਕਲਦਾ ਹੈ ਤ੍ਰਿਭੁਜ ABC ਵਿੱਚ ਕੋਣ B ਸਭ ਤੋਂ ਵੱਡਾ ਕੋਣ ਹੈ ਕੋਣ ਵੀ ਸਭ ਤੋਂ ਵੱਡਾ ਕੋਣ ਹੈ ਇਸ ਦਾ ਅਰਥ ਕੀ ਨਿਕਲਦਾ ਹੈ ਇਸ ਨੂੰ ਚਲੋ ਆਓ ਜਾਣਦੇ ਹਾਂ ਅਸੀਂ ਜੇਕਰ ਕੋਣ ਵੀ ਸਭ ਤੋਂ ਵੱਡਾ ਕੋਣ ਹੈ ਇਹਦਾ ਅਰਥ ਇਹ ਹੋਇਆ ਕਿ ਕੀ ਅਰਥ ਨਿਕਲਦਾ ਜੀ ਇਹਦਾ ਇਸ ਦਾ ਅਰਥ ਇਹ ਨਿਕਲਦਾ ਹੈ ਕੋਣ ਵੀ ਅੱਛਾ ਸੌਰੀ ਮੈਂ ਇੱਥੇ ਡਾਇਗਰਾਮ ਮਿਟੇ ਦਿੱਤਾ ਮੈਂ ਮਿਟੇਣਾ ਨਹੀਂ ਚਾਹੀਦਾ ਇਹ ਆ ਕੋਣ B ਸੀ ਨਾ ਕੋਣ B ਦੇ ਜਿਹੜੀ ਸਨਮੁਖ ਭੁਜਾ ਆ ਉਹ ਕੀ ਆ ਗਈ AC ਇਸ ਦਾ ਅਰਥ ਹੋਇਆ AC ਤ੍ਰਿਭੁਜ ABC ਦੀ ਸਭ ਤੋਂ ਲੰਬੀ ਭੁਜਾ ਹੈ ਇਸ ਦਾ ਅਰਥ ਕੀ ਨਿਕਲ ਗਿਆ ਤ੍ਰਿਭੁਜ ABC ਵਿੱਚ AC ਜਿਹੜੀ ਹੈਗੀ ਉਹ ਸਭ ਤੋਂ ਲੰਬੀ ਭੁਜਾ ਹੈ AC ਕੀ ਹੈ ਉਹਦਾ ਕर्ण ਹੈ ਇਸ ਤੋਂ ਭਾਵ ਕੀ ਹੋ ਗਿਆ ਕਿ ਜੋ ਕर्ण ਹੈ ਕर्ण ਤ੍ਰਿਭੁਜ ABC ਦੀ ਸਭ ਤੋਂ ਲੰਬੀ ਭੁਜਾ ਹੈ ਇਹਦਾ ਕਾਰਨ ਕੀ ਹੈ ਜੀ ਇਹਦਾ ਕਾਰਨ ਜਿਹੜਾ ਹੈਗਾ ਯਾਰ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਹੈ ਉਸ ਦੀ ਥਿਊਰਮ ਜਿਹੜੀ ਥਿਊਰਮ ਨੇ ਮੈਨੂੰ ਕਲੀਅਰਲੀ ਇਹ ਗੱਲ ਕਹੀ ਸੀ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੇ ਕੋਣ ਦੇ ਸਨਮੁਖ ਭੁਜਾ ਜਿਹੜੀ ਹੁੰਦੀ ਹੈ ਉਹ ਕੀ ਹੁੰਦੀ ਹੈ ਸਭ ਤੋਂ ਲੰਬੀ ਹੁੰਦੀ ਹੈ ਜੇਕਰ ਕੋਣ ਵੀ ਸਭ ਤੋਂ ਵੱਡਾ ਕੋਣ ਹੈ ਤਾਂ ਇਸ ਦਾ ਮਤਲਬ ਹੋ ਗਿਆ ਕਿ AC ਜਿਹੜੀ ਹੈਗੀ ਹੈ ਉਹ ਸਭ ਤੋਂ ਲੰਬੀ ਭੁਜਾ ਹੋਵੇਗੀ ਚਲੋ ਆਓ ਵਿਦਿਆਰਥੀਓ ਅਸੀਂ ਚੱਲਦੇ ਹਾਂ ਇਸ ਦੇ ਦੂਸਰੇ ਪ੍ਰਸ਼ਨ ਦੇ ਵੱਲ ਦੇਖਦੇ ਹਾਂ ਦੂਸਰਾ ਪ੍ਰਸ਼ਨ ਸਾਨੂੰ ਕੀ ਕਹਿੰਦਾ ਹੈ
दूसरे प्रश्न दे विच है विद्यार्थियों, चित्र, पहले चित्र बना लीजिए। आ चित्र है जी एक, ये हैगा जी ए, ਇਹਦੇ ਵਿੱਚ है जी आ हो गया जी बी, आ हो गया सी, ਇਹਨੂੰ ਨਾਮ ਦਿੱਤਾ ਬਿੰਦੂ ਨੂੰ P ਦਾ, ਇਸ ਬਿੰਦੂ ਨੂੰ ਨਾਮ ਦਿੱਤਾ Q ਦਾ। ਠੀਕ ਹੈ ਜੀ। ਪ੍ਰਸ਼ਨ ਇਹ ਹੈ ਕਿ ਚਿੱਤਰ ਵਿੱਚ त्रिभुज ABC ਦੀਆਂ ਭੁਜਾਵਾਂ AB ਅਤੇ AC ਨੂੰ क्रमवार बिंदुआं P ਅਤੇ Q तक ਵਧਾਇਆ ਗਿਆ है। ठीक है जी। नाल ही कोण PBC छोटा है कोण QCB तो। ठीक है जी। वो कहता है कोण PBC आ वाला कोण छोटा है कोण QCB तो, इस कोण तो छोटा है। इनू कोण एक का नाम दे देना, इनू दो दा, इनू तीन दा ते इनू चार दा। मैं पहले भी लेक्चर्स दे विच तुहानू किहा होया कि इस ढंग दे नाल नाम लिखण दे नाल साडे कैलकुलेशन जिहड़ी हैगी थोड़ी जी सौखी सानू लगन लग पैंदी है। ठीक है जी। तब दिखाओ ना, ये दिखाया बताया गया है, दिखाओ कि AC वड्डी है AB तो। ठीक है जी। दिखाओ कि AC वड्डी है AB तो। इस चीज नूं जिहड़ा हैगा आ असीं सिद्ध करना है। ठीक है जी। हुण AC वड्डी है AB तो असीं सिद्ध करना है। ਇਹਦੇ ਵਿੱਚ ਸਾਨੂੰ ਦਿੱਤਾ ਕੀ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਕਰ ਲੈਂਦੇ। ਸਭ ਤੋਂ ਪਹਿਲਾਂ ਦਿੱਤਾ ਕੀ ਹੈ, ਉਹਨੇ ਕਿਹਾ ਹੈ ਕੋਣ PBC ਯਾਨੀ ਕਿ ਕੋਣ ਇੱਕ ਛੋਟਾ ਹੈ ਕੋਣ ਦੋ ਤੋਂ। ਇਹ ਚੀਜ਼ ਸਾਨੂੰ ਦਿੱਤੀ ਹੋਈ ਹੈ। ਠੀਕ ਹੈ ਵਿਦਿਆਰਥੀਓ। ਉਸ ਤੋਂ ਬਾਅਦ ਦੇਖੋ ਕੋਣ 1 ਜਮਾ ਕੋਣ 3 ਬਰਾਬਰ 180 डिग्री, ਕੋਣ 2 ਜਮਾ ਕੋਣ 4 ਬਰਾਬਰ 180 डिग्री। ਇਹ ਦੋਵੇਂ ਕੀ ਹਨ? ਰੇਖੀ ਜੋੜੇ। ठीक है जी। ये भी रेखी जोड़ा है। ठीक है जी। हुण मान लो इहनूं तुसीं एक दा नाम दे लैंदे हो, इहनूं दो दा ते इहनूं तीन दा। ठीक है जी। इन्हां नूं तुसीं 1 2 3 दा जिहड़ा हैगा वो नाम दे रहे हो ते उस तो की पता लगदा सानूं? ध्यान नाल देखियो जरा। हां जी, इधर देखो हुण जेकर कोण 1 कोण 2 तो छोटा है ते कोण 1 जमा ते कोण 3 बराबर 180, कोण 2 जमा कोण 4 बराबर 180। आ देखो आ चीज जिहड़ी है बराबर ने, बिल्कुल बराबर ने। दूजे पासे ये दोवें चीजां बराबर 180 डिग्री दे ने। ये कदों बराबर हो सकदियां? ਇਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਕੋਣ 1 ਕੋਣ 2 ਤੋਂ ਛੋਟਾ ਹੈ। ਇਹ ਤਦ ਹੀ ਬਰਾबर ਹੋ ਸਕਦੇ ਹਨ ਜੇਕਰ ਕੋਣ 3 ਕੋਣ 4 ਤੋਂ ਵੱਡਾ ਹੋਏਗਾ। ਠੀਕ ਹੈ ਜੀ। ਤभी ਤਾਂ ਬਰਾबर ਹੋਣਗੇ। ਜੇਕਰ ਇਹ ਤੋਂ ਛੋਟਾ ਹੈ, ਇਹ ਵੀ ਇਹ ਤੋਂ ਛੋਟਾ ਹੋ ਗਿਆ ਤੇ ਇਹ ਤਾਂ ਪੂਰੀ ਰਕਮ ਇਹ ਤੋਂ ਛੋਟੀ ਹੋਣੀ ਚਾਹੀਦੀ ਸੀ, ਲੇਕਿਨ ਇਹ ਤਾਂ 180 180 ਬਰਾबर ਹਨ। ਜੇਕਰ ਬਰਾबर ਕਰਨਾ ਹੈ ਤਾਂ ਫਿਰ ਜੇਕਰ 1 2 ਤੋਂ ਛੋਟਾ ਹੈ ਤਾਂ 3 4 ਤੋਂ ਵੱਡਾ ਹੋਵੇਗਾ। ਇਸ ਲਈ ਸਾਡੇ ਕੋਲ ਕੀ ਹੈ? ਇਸ ਲਈ ਤੋਂ ਬਾਅਦ ਸਾਡੇ ਕੋਲ ਹੈ ਕਿ ਕੋਣ 1 मतलब 1 2 ਅਤੇ 3 ਤੋਂ 1 2 ਤੇ 3 ਤੋਂ ਸਾਡੇ ਕੋਲ ਕੀ ਸਾਬਿਤ ਹੋਇਆ ਕਿ ਕੋਣ 3 ਜਿਹੜਾ ਹੈਗਾ ਆ ਉਹ ਦੇਖੋ ਵੱਡਾ ਹੈ ਕੋਣ 4 ਤੋਂ। ਕੋਣ 3 ਕੋਣ 4 ਤੋਂ ਵੱਡਾ ਹੋ ਗਿਆ ਕਿਉਂਕਿ ਕੋਣ 1 ਕੋਣ 2 ਤੋਂ ਛੋਟਾ ਸੀ। ਇਹ ਚੀਜ਼ ਹੋ ਗਈ 1 2 ਤੇ 3 ਤੋਂ। ਤੇ ਜੇਕਰ ਕੋਣ 3 ਕੋਣ 4 ਤੋਂ ਵੱਡਾ ਹੈ, ਇਸ ਤੋਂ ਇਹ ਸਿੱਧ ਹੁੰਦਾ ਹੈ ਕਿ AC ਵੱਡੀ ਹੈ AB ਤੋਂ। ਕਾਰਨ ਕੀ ਹੈ? ਕੋਣ 3 ਵੱਡਾ ਹੈ ਤੇ ਇਹਦੇ ਸਾਹਮਣੇ ਵਾਲੀ ਭੁਜਾ AC ਇਹਦੇ ਸਾਹਮਣੇ ਵਾਲੀ ਭੁਜਾ AB ਤੋਂ ਵੱਡੀ ਹੋਏਗੀ। ਇਹਦਾ ਕਾਰਨ ਤੁਸੀਂ ਆਪ ਲਿਖ ਸਕਦੇ ਹੋ। ਕਾਰਨ ਤੁਸੀਂ ਕੀ ਲਿਖੋਗੇ ਕਿ ਸਨਮੁਖ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਕਿਸੇ ਵੀ ਤ੍ਰਿਭੁਜ ਵਿੱਚ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। सो ये जिहड़ा हैगा आ मेरे को इसका उत्तर भी आ गया है। सो आप इस चीज को भी समझ सकते हैं। बड़े ध्यान नाल मैं एक बार फिर इसको समझाने की कोशिश करता हां जेकर तुहानू कोई दिक्कत आ रही है। चित्र विच त्रिभुज ABC ਦੀਆਂ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ ਬਿੰਦੂਆਂ B P ਅਤੇ Q ਤੱਕ ਵਧਾਇਆ ਗਿਆ ਹੈ। ਤੇ ਅਸੀਂ ਇਹ ਦੱਸਣਾ ਸੀਗਾ ਕਿ ਨਾਲ ਹੀ ਉਹਨੇ ਕਿਹਾ ਸੀਗਾ ਕੋਣ 1 ਛੋਟਾ ਹੈ ਕੋਣ B ਤੋਂ, ਯਾਨੀ ਕਿ ਕੋਣ PBC ਛੋਟਾ ਹੈ ਕੋਣ QCB ਤੋਂ।
एक कोण नंबर कोण 2 नंबर कोण तो छोटा है। एक नंबर 2 नंबर 3 नंबर 4 नंबर मैं ऐसी सुविधा वास्ते लिया क्योंकि लिखण वास्ते मेरे वास्ते बहुत सौखा काम हो जाता है, ठीक है जी। फिर सिद्ध करने लिए उन्हें की किया सी, कहता सिद्ध करो या दिखाओ कि AC ਵੱਡਾ है AB ਤੋਂ। ਅਸੀਂ ਇਹ ਦਿਖਾਣਾ ਸੀਗਾ ਕਿ AC ਜਿਹੜਾ ਹੈਗਾ ਉਹ AB ਤੋਂ ਵੱਡਾ ਹੈ। ਹੁਣ AC AB ਤੋਂ ਵੱਡਾ ਹੈ ਤਾਂ ਫਿਰ ਕਿਵੇਂ ਦਿਖਾਵਾਂਗੇ ਅਸੀਂ ਕਿਹਾ ਕਿ ਕੋਣ 1 ਕੋਣ 2 ਤੋਂ ਛੋਟਾ ਹੈ। ਉਸ ਤੋਂ ਬਾਅਦ ਮੈਂ ਧਿਆਨ ਨਾਲ ਦੇਖਿਆ ਕਿ ਕੋਣ 1 ਜਮਾ ਕੋਣ 3 ਬਰਾਬਰ 180 ਡਿਗਰੀ, ਕੋਣ 2 ਜਮਾ ਕੋਣ 4 ਬਰਾਬਰ 180 ਡਿਗਰੀ, ਠੀਕ ਹੈ ਜੀ। ਆ ਦੋਵੇਂ 180 ਡਿਗਰੀ। ਹੁਣ ਦੋਵਾਂ ਦਾ ਜੋੜ ਜਿਹੜਾ ਹੈਗਾ 180 ਦੇ ਬਰਾਬਰ ਹੈ। ਇਹਦਾ ਮਤਲਬ ਆਹ ਵਾਲੀ ਚੀਜ਼ ਇਸ ਚੀਜ਼ ਦੇ ਬਰਾਬਰ ਆ ਗਈ। ਜੇ ਕਿਸੇ ਦਾ ਸੱਜਾ ਵਾਲਾ ਪਾਸਾ ਬਰਾਬਰ ਹੈ ਤਾਂ ਖੱਬੇ ਵਾਲਾ ਪਾਸਾ ਵੀ ਬਰਾਬਰ ਹੋਵੇਗਾ। ਇਹਦਾ ਮਤਲਬ ਕੋਣ 1 ਜਮਾ 3 ਬਰਾਬਰ ਕੋਣ 2 ਜਮਾ 4 ਦੇ ਜਿਹੜਾ ਹੈਗਾ ਹੈ। ਲੇਕਿਨ ਕੋਣ 1 ਕੋਣ 2 ਤੋਂ ਕੀ ਹੈ ਛੋਟਾ ਹੈ। ਜੇਕਰ ਇਹ ਬਰਾਬਰ ਹਨ ਇਹਦਾ ਮਤਲਬ ਕੋਣ 3 ਕੋਣ 4 ਤੋਂ ਵੱਡਾ ਹੋਣਾ ਚਾਹੀਦਾ ਹੈ, ਤਦ ਹੀ ਇਹ ਬਰਾਬਰ ਹੋਣਗੇ। ਇਸ ਦਾ ਮਤਲਬ ਇਸ ਲਈ 1 2 ਅਤੇ 3 1 2 ਅਤੇ 3 ਤੋਂ ਕੀ ਸਿੱਧ ਹੁੰਦਾ ਹੈ ਕੋਣ 3 ਕੋਣ 4 ਤੋਂ ਵੱਡਾ ਹੈ। ਜੇਕਰ ਕੋਣ 3 ਕੋਣ 4 ਤੋਂ ਵੱਡਾ ਹੈ ਤਾਂ ਕੋਣ 3 ਦੇ ਸਨਮੁਖ AC ਵੱਡੀ ਹੈ ਕੋਣ 4 ਤੋਂ ਸਨਮੁਖ AB ਤੋਂ। ਇਹਦਾ ਮਤਲਬ AC ਜਿਹੜੀ ਹੈਗੀ ਆ ਉਹ AB ਤੋਂ ਵੱਡੀ ਹੋਗੀ। ਤੇ ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਦੇ ਵਿੱਚ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ, ਠੀਕ ਹੈ ਵਿਦਿਆਰਥੀਓ। ਚਲੋ ਆਓ ਅਸੀਂ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਦੇ ਵੱਲ। ਸਾਡਾ ਅਗਲਾ ਪ੍ਰਸ਼ਨ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਪ੍ਰਸ਼ਨ ਦੇਖੋ ਵਿਦਿਆਰਥੀਓ, ਕੋਈ ਵੀ ਹੋਣ ਜਿਹੜੇ ਜਿਓਮੈਟਰੀ ਦੇ ਪ੍ਰਸ਼ਨ ਹੁੰਦੇ ਹਨ ਉਹ ਦੇਖਣ ਨੂੰ ਪਹਿਲੀ ਨਜ਼ਰ ਦੇ ਵਿੱਚ ਲੱਗਦੇ ਹਨ ਕਿ ਥੋੜੇ ਔਖੇ ਹਨ, ਲੇਕਿਨ ਜਦੋਂ ਅਸੀਂ ਇਹਨਾਂ ਨੂੰ ਕਰਨਾ ਸ਼ੁਰੂ ਕਰਦੇ ਹਾਂ ਤੇ ਬੜੇ ਸਿੰਪਲ ਜਿਹੇ ਲੱਗਣੇ ਸ਼ੁਰੂ ਹੋ ਜਾਂਦੇ ਹਨ, ਠੀਕ ਹੈ ਜੀ। ਚਲੋ ਆਓ ਅਸੀਂ ਵਿਦਿਆਰਥੀਓ ਅਗਲੇ ਪ੍ਰਸ਼ਨ ਵਿੱਚ ਚੱਲਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਵੀ ਚਿੱਤਰ ਦੀ ਗੱਲ ਕੀਤੀ ਗਈ ਹੈ, ਇਸ ਕਰਕੇ ਪਹਿਲੇ ਚਿੱਤਰ ਬਣਾ ਲਈਏ। ਇਹ ਹੈ AB, ਇਸ ਨੂੰ ਇੱਧਰ ਤੱਕ ਲੈ ਕੇ ਗਏ ਹਾਂ। ਇਹ ਹੈ ਆਪਣੇ ਕੋਲ C ਤੇ D, ਇਸ ਨੂੰ ਜੋੜਿਆ ਗਿਆ ਹੈ। ਇਹ ਬਿੰਦੂ O ਤੇ ਕੱਟਦੇ ਹਨ, ਠੀਕ ਹੈ ਜੀ। ਆਹ ਕੋਣ A ਹੈ, ਕੋਣ B, ਕੋਣ C ਤੇ ਕੋਣ D ਜਿਹੜਾ ਹੈਗਾ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ, ਠੀਕ ਹੈ ਜੀ। ਇਹਦਾ ਪ੍ਰਸ਼ਨ ਕੀ ਹੈ, ਪ੍ਰਸ਼ਨ ਉਹ ਕਹਿ ਰਿਹਾ ਹੈ ਕਿ ਚਿੱਤਰ ਵਿੱਚ ਇਸ ਚਿੱਤਰ ਦੀ ਗੱਲ ਕਰ ਰਿਹਾ ਹੈ, ਕੋਣ B ਛੋਟਾ ਹੈ ਕੋਣ A ਤੋਂ ਅਤੇ ਕੋਣ C ਛੋਟਾ ਹੈ ਕੋਣ D ਤੋਂ, ਠੀਕ ਹੈ ਨਾ। ਚਿੱਤਰ ਵਿੱਚ ਕੋਣ B ਕੋਣ A ਤੋਂ ਛੋਟਾ ਹੈ ਅਤੇ ਕੋਣ C ਕੋਣ D ਤੋਂ ਛੋਟਾ ਹੈ। दर्शाओ कि AD छोटा है BC, ठीक है। आ चीज ਜਿਹੜੀ ਹੈਗੀ ਆ ਉਹ ਮੈਂ ਦਰਸਾਉਣਾ ਚਾਹੁੰਦਾ ਹਾਂ, ਠੀਕ ਹੈ। ਅੱਛਾ ਵਿਦਿਆਰਥੀਓ, ਇਸ ਚੀਜ਼ ਨੂੰ ਕਿਵੇਂ ਦਰਸਾਇਆ ਜਾ ਸਕਦਾ ਹੈ, ਕਹਿੰਦਾ ਦਰਸਾਓ ਕਿ AD ਜਿਹੜਾ ਹੈਗਾ ਆ ਉਹ ਛੋਟਾ ਹੈ BC ਤੋਂ। ਹਾਲਾਂਕਿ ਕੋਣ ਉਹਨੇ ਮੈਨੂੰ ਆ ਛੋਟੇ ਛੋਟੇ ਦਿੱਤੇ ਹਨ ਤ੍ਰਿਭੁਜਾਂ ਦੇ, ਲੇਕਿਨ ਉਹਨੇ ਭੁਜਾਂ ਮੇਰੇ ਤੋਂ ਜਿਹੜੀਆਂ ਹੈਗੀਆਂ ਉਹ ਪੂਰੀਆਂ ਵੱਡੀਆਂ ਭੁਜਾਵਾਂ ਦੇ ਬਾਰੇ ਜਾਣਕਾਰੀ ਉਹਨੇ ਮੇਰੇ ਤੋਂ ਲੈ ਲਈ ਹੈ। ਚਲੋ ਆਓ ਸਟਾਰਟ ਕਰਦੇ ਹਾਂ। ਅਸੀਂ ਇਧਰੋਂ ਸਟਾਰਟ ਕਰਦੇ ਹਾਂ। ਤ੍ਰਿਭੁਜ AOB ਵਿੱਚ ਇੱਕ ਇੱਕ ਤ੍ਰਿਭੁਜ ਚੱਕਾਂਗੇ। ਪਹਿਲਾਂ ਇਹ ਵਾਲੀ ਤ੍ਰਿਭੁਜ ਚੱਕਦੇ ਹਾਂ। ਇਹਦੇ ਵਿੱਚ ਉਹਨੇ ਕੀ ਕਿਹਾ, ਕੋਣ B ਛੋਟਾ ਹੈ ਕੋਣ A ਤੋਂ। ਕੋਣ B A ਤੋਂ ਛੋਟਾ ਹੈ, ਇਸ ਲਈ ਕੋਣ B ਛੋਟਾ ਹੈ ਤਾਂ ਕੋਣ B ਦੇ ਸਨਮੁਖ ਭੁਜਾ OA, ਇਸ ਦਾ ਅਰਥ ਹੈ OA ਛੋਟੀ ਹੈ। ਕੋਣ A ਦੀ ਸਨਮੁਖ ਭੁਜਾ OB ਤੋਂ ਤੇ ਇਹਦਾ ਕਾਰਨ ਤੁਸੀਂ ਆਪ ਲਿਖਣਾ। ਹੁਣ ਕਾਰਨ ਆਪ ਲਿਖਣਾ। ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਵਿੱਚ ਛੋਟੇ ਕੋਣ ਦੀ ਸਨਮੁਖ ਭੁਜਾ ਛੋਟੀ ਹੁੰਦੀ ਹੈ, ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ। ਇਸ ਲਈ OA ਵੱਡਾ ਹੈ OB ਦੇ ਵਿੱਚ। ਇਹਨੂੰ ਨੰਬਰ 1 ਜਿਹੜਾ ਹੈਗਾ ਉਹ ਮੈਂ ਪਾ ਲਿਆ, ਠੀਕ ਹੈ। ਇਸੇ ਤਰੀਕੇ ਦੇ ਨਾਲ ਮੈਂ ਤ੍ਰਿਭੁਜ DOC ਵਿੱਚ DOC ਤ੍ਰਿਭੁਜ ਚੱਕ ਲਈ। ਇਸ ਦੇ ਵਿੱਚ ਉਹਨੇ ਕਿਹਾ ਹੈ ਕੋਣ C ਛੋਟਾ ਹੈ ਕੋਣ D ਤੋਂ। ਕੋਣ C ਕੋਣ D ਤੋਂ ਛੋਟਾ ਹੈ। ਕੋਣ C ਛੋਟਾ ਹੈ ਤਾਂ ਕੋਣ C ਦੇ ਸਨਮੁਖ ਭੁਜਾ OD ਛੋਟਾ ਹੈ। ਦੇਖੋ ਕੋਣ D ਤੋਂ ਸਨਮੁਖ ਭੁਜਾ OC ਤੋਂ, ਠੀਕ ਹੈ ਜੀ। ਇਹਨੂੰ ਨੰਬਰ 2 ਪਾ ਲਓ ਤੇ ਇਹਦਾ ਕਾਰਨ ਵੀ ਤੁਸੀਂ ਆਪ ਲਿਖਣਾ ਹੈ। ਤੇ ਕਾਰਨ ਕੀ ਹੈ, ਕਿਸੇ ਵੀ ਤ੍ਰਿਭੁਜ ਵਿੱਚ ਛੋਟੇ ਕੋਣ ਦੇ ਸਨਮੁਖ ਭੁਜਾ ਛੋਟੀ ਹੁੰਦੀ ਹੈ ਤੇ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ। ਇਸ ਕਰਕੇ ਆਹ ਭੁਜਾ ਇਸ ਭੁਜਾ ਤੋਂ ਛੋਟੀ ਜਿਹੜੀ ਹੈਗੀ ਆ ਹੋਗੀ, ਠੀਕ ਹੈ ਜੀ। ਇਹਦੇ ਵਿੱਚ ਹੁਣ ਕਰਾਂਗੇ 1 ਅਤੇ 2 ਨੂੰ ਜੋੜਨ ਤੇ 1 ਤੇ 2 ਨੂੰ ਜੋੜ ਲਓ। ਦੇਖੋ ਕੀ ਬਣੇਗਾ, ਖੱਬੇ ਵਾਲਾ ਪਾਸਾ ਖੱਬੇ ਵਾਲੇ ਪਾਸੇ ਜੁੜੇਗਾ ਤੇ ਸੱਜੇ ਵਾਲਾ ਪਾਸਾ ਸੱਜੇ ਵਾਲੇ ਪਾਸੇ। ਇਹਦਾ ਮਤਲਬ ਹੈ ਇਹ ਬਣ ਗਿਆ OA ਜਮਾ OB OA ਜਮਾ OD, ठीक है। ये D है, छोटा है OB जमा OC, ठीक है जी। ध्यान ਨਾਲ देखो, खब्बे वाले पासे ਨੂੰ खब्बे वाले पासे जोड़िया
सज्जे वाले पासे नूं सज्जे वाले पासे जोड़िया OA जमा OD बराबर बन गया जी AD छोटा है OB जमा OC बराबर बन गया BC BC दे ਇਹਦਾ ਮਤਲਬ ਦੇਖੋ ਧਿਆਨ ਨਾਲ ਵਿਦਿਆਰਥੀਓ ਕਿ ਛੋਟੀ ਭੁਜਾਵਾਂ ਜਿਹੜੀ ਹੈਗੀ ਹੈ ਦੋਨਾਂ ਨੂੰ ਜੋੜਿਆ ਜਦੋਂ OA ਜਮਾ OD ਛੋਟਾ ਹੈ OB ਜਮਾ OC ਦੇ OA ਜਮਾ OD ਬਣ ਗਿਆ AD ਤੇ OB ਜਮਾ OC ਬਣ ਗਿਆ BC ਇਸ ਤੋਂ ਸਿੱਧ ਹੁੰਦਾ ਹੈ ਕਿ AD ਛੋਟਾ ਹੈ BC ਦੇ ਜੋ ਕਿ AD ਛੋਟਾ ਹੈ BC ਉਸਨੇ ਸਾਨੂੰ ਸਿੱਧ ਕਰਨ ਦੇ ਲਈ ਕਿਹਾ ਸੀ ਸੋ ਵਿਦਿਆਰਥੀਓ ਇਹ ਸੀ ਸਾਡਾ ਜਿਹੜਾ ਪ੍ਰਸ਼ਨ ਇਸ ਪ੍ਰਸ਼ਨ ਨੂੰ ਮੈਂ ਇੱਕ ਵਾਰੀ ਫੇਰ ਆਪ ਜੀ ਨੂੰ ਸਮਝਾਵਾਂਗਾ ਕਿਉਂਕਿ ਜਿਓਮੈਟਰੀ ਦੇ ਪ੍ਰਸ਼ਨ ਹਨ ਨਵੀਂ ਚੀਜ਼ ਹੈ ਇੱਕ ਦੋ ਵਾਰੀ ਸਮਝਾਉਣ ਤੋਂ ਬਾਅਦ ਪਤਾ ਲੱਗਦੀ ਹੈ ਇੱਕ ਵਾਰੀ ਫੇਰ ਦੇਖ ਲਓ ਚਿੱਤਰ ਵਿੱਚ ਕੋਣ B ਛੋਟਾ ਹੈ ਕੋਣ A ਦੇ ਅਤੇ ਕੋਣ C ਛੋਟਾ ਹੈ ਕੋਣ D ਦੇ ਦਰਸਾਓ ਕਿ AD BC ਤੋਂ ਛੋਟੀ ਹੈ ਸਾਡੇ ਵਾਸਤੇ ਇਸ ਪ੍ਰਸ਼ਨ ਦੇ ਵਿੱਚ ਸਮੱਸਿਆ ਇਹ ਸੀ ਕਿ ਦੋ ਤ੍ਰਿਭੁਜਾਂ ਸਨ ਤੇ ਉਹਨੇ ਦੋਨਾਂ ਤ੍ਰਿਭੁਜਾਂ ਦੀ ਸਾਂਝੀਆਂ ਜਿਹੜੀ ਵੱਡੀ ਭੁਜਾਵਾਂ ਜੋੜ ਸੀ ਉਹਨਾਂ ਭੁਜਾਵਾਂ ਦਾ ਉਹਨੇ ਸਾਨੂੰ ਜਿਹੜਾ ਹੈਗਾ ਪੁੱਛ ਲਿਆ ਠੀਕ ਹੈ ਜੀ ਇਹਦੇ ਵਾਸਤੇ ਮੈਂ ਕੀ ਕਰਾਂਗਾ ਦੋਵੇਂ ਤ੍ਰਿਭੁਜਾਂ ਨੂੰ ਛੋਟੀਆਂ ਤ੍ਰਿਭੁਜਾਂ ਨੂੰ ਕੱਲੇ ਨੂੰ ਵੱਖਰਾ ਵੱਖਰਾ ਕਰ ਲਾਂਗਾ ਪਹਿਲਾਂ ਹੈਗੀ ਜੀ ਤ੍ਰਿਭੁਜ AOB ਤ੍ਰਿਭੁਜ AOB ਦੇ ਵਿੱਚ ਮੈਂ ਕੀ ਕੀਤਾ ਕੋਣ B ਛੋਟਾ ਹੈ ਕੋਣ A ਦੇ ਠੀਕ ਹੈ ਜੀ ਲਿਖ ਦਿੱਤਾ ਕੋਣ B ਕੋਣ A ਦੇ ਛੋਟਾ ਹੈ ਇਹਦਾ ਮਤਲਬ ਕੀ ਹੋਏਗਾ ਕਿ OA ਛੋਟਾ ਹੈ OB ਦੇ OA ਛੋਟੇ ਕੋਣ ਦੇ ਸਨਮੁਖ ਭੁਜਾ ਛੋਟੀ ਹੁੰਦੀ ਹੈ ਮਤਲਬ OA ਛੋਟਾ ਹੋ ਗਿਆ OA ਦੇਖੋ ਛੋਟਾ ਕਰ ਦਿੱਤਾ ਤੇ OB ਤੋਂ ਕਿਉਂ ਕਿਉਂਕਿ ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ ਇਹਦਾ ਮਤਲਬ OA ਛੋਟਾ ਹੈ OB ਤੋਂ ਇਸੇ ਤਰੀਕੇ ਨਾਲ ਤ੍ਰਿਭੁਜ ODC ਵਿੱਚ ਠੀਕ ਹੈ ਜੀ ਤ੍ਰਿਭੁਜ ODC ਦੇ ਵਿੱਚ ਕੀ ਹੋਇਆ ਕੋਣ C ਕੋਣ D ਤੋਂ ਛੋਟਾ ਹੈ ਦੇਖੋ ਕੋਣ C ਕੋਣ D ਤੋਂ ਛੋਟਾ ਹੈ ਕਿਹਾ ਉਹਨੇ ਤੇ ਕੋਣ ਛੋਟੇ ਕੋਣ ਦੇ ਸਨਮੁਖ ਭੁਜਾ OD ਦੇਖੋ ਛੋਟੀ ਹੈ ਵੱਡੇ ਕੋਣ ਦੇ ਸਨਮੁਖ ਭੁਜਾ ਕਿਹੜੀ ਆ OC ਤੋਂ ਠੀਕ ਹੈ ਇਹਦਾ ਮਤਲਬ OC ਜਿਹੜੀ ਹੈਗੀ ਆ OD ਜਿਹੜੀ ਹੈਗੀ OC ਤੋਂ ਛੋਟੀ ਹੋਗੀ ਇੱਕ ਤੇ ਦੋ ਨੂੰ ਜੋੜ ਲਓ ਆਪਸ ਚ ਠੀਕ ਹੈ ਜੀ ਜੋੜ ਕੇ ਕੀ ਹੁੰਦਾ ਕਿ ਖੱਬੇ ਵਾਲਾ ਪਾਸਾ ਖੱਬੇ ਵਾਲੇ ਪਾਸੇ ਜੋੜਤਾ OA ਜਮਾ OD ਤੇ ਸੱਜੇ ਵਾਲਾ ਪਾਸਾ ਸੱਜੇ ਵਾਲੇ ਪਾਸੇ ਜੋੜਤਾ OB ਜਮਾ OC ਠੀਕ ਹੈ ਜੀ ਦੋਨਾਂ ਨੂੰ ਜੋੜਿਆ ਇਹ ਬਣ ਗਿਆ OA ਜਮਾ OD ਬਰਾबर AD ਆ ਗਿਆ ਤੇ OB ਜਮਾ OC ਬਰਾबर BC और टोटल BC आ गया आ साडे प्रश्न ਦਾ ਜਿਹੜਾ ਹੱਲ ਸੀ ਇਹ ਸੀ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈਗੀ ਉਹ ਇਹ ਆ ਇਹਨਾਂ ਦਾ ਕਾਰਨ ਜ਼ਰੂਰ ਅਸੀਂ ਲਿਖਣਾ ਹੈ ਮੈਂ ਤੁਹਾਡੇ ਵਾਸਤੇ ਛੱਡਿਆ ਜਾਣ ਕੇ ਕਿਉਂਕਿ ਮੈਂ ਸਟਾਰਟਿੰਗ ਦੇ ਵਿੱਚ ਲੈਕਚਰ ਦੇ ਸ਼ੁਰੂ ਦੇ ਵਿੱਚ ਹੀ ਇਸ ਦੀਆਂ ਥਿਊਰਮਾਂ ਜਿਹੜੀਆਂ ਸੀ ਉਹ ਡਿਸਕਸ ਕੀਤੀਆਂ ਸੀ ਤੇ ਮੈਂ ਚਾਹਨਾ ਹਾਂ ਕਿ ਇੱਥੇ ਤੁਸੀਂ ਥਿਊਰਮਾਂ ਆਪ ਲਗਾਓ ਮੈਂ ਇੱਕ ਵਾਰੀ ਫੇਰ ਦੱਸ ਦਿੰਦਾ ਹਾਂ ਜਦੋਂ ਕੋਣਾਂ ਤੋਂ ਭੁਜਾਵਾਂ ਵੱਲ ਗਏ ਤਾਂ ਸਾਡਾ ਕਾਰਨ ਕੀ ਹੋਏਗਾ ਕਿਸੇ ਵੀ ਤ੍ਰਿਭੁਜ ਵਿੱਚ ਛੋਟੇ ਕੋਣ ਦੀ ਸਨਮੁਖ ਭੁਜਾ ਛੋਟੀ ਹੁੰਦੀ ਹੈ ਤੇ ਵੱਡੇ ਕੋਣ ਦੀ ਸਨਮੁਖ ਭੁਜਾ ਵੱਡੀ ਹੁੰਦੀ ਹੈ ਆ ਦੋ ਜਿਹੜੇ ਹੈਗੇ ਇਹਦੇ ਕਾਰਨ ਬਣਨਗੇ ਤੇ ਆ ਪ੍ਰਸ਼ਨ ਜਿਹੜਾ ਸਾਡਾ ਹੱਲ ਹੋਏਗਾ ਠੀਕ ਹੈ ਵਿਦਿਆਰਥੀਓ ਸੋ ਮੈਂ ਵਿਦਿਆਰਥੀਓ ਉਮੀਦ ਕਰਦਾ ਹਾਂ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਤੇ ਇਹਨਾਂ ਥਿਊਰਮਸ ਨੂੰ ਜਿਹੜੀਆਂ ਅਸੀਂ ਕੀਤੀਆਂ ਹੈ ਉਹ ਬੜੇ ਤਰਤੀਬਾਂ ਨਾਲ ਤੇ ਚੰਗੇ ਤਰੀਕੇ ਨਾਲ ਸਮਝਿਆ ਹੋਵੇਗਾ ਤੇ ਹੁਣ ਇਸ ਲੈਕਚਰ ਤੋਂ ਬਾਅਦ ਸਕਰੀਨ ਦੇ ਉੱਤੇ ਜਿਹੜਾ ਹੈਗਾ ਇਸ ਚੈਪਟਰ ਦਾ ਹੋਮਵਰਕ ਜਿਹੜਾ ਡਿਸਪਲੇ ਹੋਏਗਾ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਉਹ ਹੋਮਵਰਕ ਵੀ ਜਿਹੜਾ ਵਧੀਆ ਤਰੀਕੇ ਦੇ ਨਾਲ ਕਰੋਗੇ ਤੇ ਇਸ ਦੇ ਨਾਲ ਹੀ ਆਪ ਜੀ ਤੋਂ ਵਿਦਾ ਲੈਣਾ ਉਮੀਦ ਕਰਦਾ ਹਾਂ ਤੁਹਾਨੂੰ ਇਹ ਲੈਕਚਰ ਸਮਝ ਆਇਆ ਹੋਵੇਗਾ ਧੰਨਵਾਦ।